saint who does not commit any wrong. डेरा सच्चा सौदा च कदे भी कोई माड़ी गलत चीज़ माड़ा काम ਹੁੰਦੇ ਹੋਏ ਨਹੀਂ ਦੇਖਿਆ। 7 ਕਰੋੜ ਸਾਧ ਸੰਗਤ ਹੈ, ਸਾਰੀ ਸਾਧ ਸੰਗਤ ਨੂੰ 7 ਕਰੋੜ ਨੂੰ ਪਤਾ ਹੈ ਵੀ ਫਿਰ ਵੀ ਇਹ ਦੋਸ਼ ਕਿਉਂ ਲੱਗ ਰਹੇ ਹੋਣਗੇ? ਇਹ ਜੀ ਉਹੀ ਗੱਲ ਆ ਗਈ ਜੀ ਵੀ ਜਿਹੜੇ ਨਸ਼ੇ ਵਾਲੇ ਆ ਵੱਡੇ ਬੰਦੇ ਆ ਇਹੀ ਦੋਸ਼ ਲਾਉਂਦੇ ਆ। ਨਿਰਾਧਾਰ ਦੋਸ਼ ਨੇ ਜਿਹੜਾ ਇਹ ਮਨਾਇਆ ਜਾ ਰਿਹਾ ਹੈ, ਕਿਉਂਕਿ ਜਦੋਂ ਕੋਈ ਵੱਡਾ ਪ੍ਰੋਗਰਾਮ ਹੁੰਦਾ ਹੈ ਉਦੋਂ ਫਿਰ ਡੇਰਾ ਸਿੱਖ ਵਿਵਾਦ ਨੂੰ ਖੜਾ ਕੀਤਾ ਜਾਂਦਾ ਹੈ। ਦੀਵਾਲੀ ਵਾਲੇ ਦਿਨ ਮੇਰੇ ਯਾਦ ਹੈ ਲੋਕਾਂ ਨੇ ਦੀਵਾਲੀ ਘਰੇ ਮਨਾਈ ਸੀ ਤੇ ਅਸੀਂ ਬਲੱਡ ਬੈਂਕ 'ਚ ਮਨਾਈ ਸੀ। ਲੱਖ ਬੰਦਾ ਨਾਮ ਸ਼ਬਦ ਲੈਂਦਾ 60 ਮਹੀਨੇ ਹੋ ਗਏ 60 ਲੱਖ ਬੰਦੇ ਨਾਮ ਸ਼ਬਦ ਦੇਣਾ ਸੀ 60 ਲੱਖ ਬੰਦੀ ਜ਼ਿੰਦਗੀ ਸੁਧਾਰ ਹੋਣੀ ਸੀ। ਜਿਵੇਂ ਬੇਅਦਬੀ ਵਾਲੇ ਲਾ ਲਓ, ਬੇਅਦਬੀ ਵਾਲਾ ਜਿਹਨੇ ਕੀਤੀ ਉਹਨਾਂ ਨੂੰ ਤਾਂ ਫੜਦਾ ਹੀ ਕੋਈ ਨਹੀਂ। ਇਨਸਾਨ ਤੋਂ ਗਲਤੀ ਹੋ ਸਕਦੀ, ਭਗਵਾਨ ਤੋਂ ਗਲਤੀ ਨਹੀਂ ਹੋ ਸਕਦੀ। ਸਿਰ ਧੜ ਦੀ ਸਾਡੀ ਲੱਗੀ ਵੀ ਹੈ, ਅਸੀਂ ਨਾ ਡੋਲੇ ਹਾਂ। ਸੱਚਾ ਸੌਦਾ ਸਿਰਸਾ, ਡੇਰਾ ਸਿਰਸਾ ਦਾ ਨਾਂ ਲੈਂਦਿਆਂ ਹੀ ਕਈ ਇਹੋ ਜਿਹੇ ਘਟਨਾਵਾਂ ਦੁਰਘਟਨਾਵਾਂ ਸਾਹਮਣੇ ਆ ਰਹੀਆਂ ਨੇ ਜਿਨ੍ਹਾਂ ਨੂੰ ਪੰਜਾਬ 'ਚ ਅਸੀਂ ਨਹੀਂ ਚਾਹੁੰਦੇ। ਪੰਜਾਬ ਹੀ ਕਿਉਂ, ਹਰਿਆਣਾ ਵੀ ਇਸ ਨਾਲ ਸਫ਼ਰ ਕਰਦਾ ਰਿਹਾ ਤੇ ਬਹੁਤ ਸਾਰੀਆਂ ਘਟਨਾਵਾਂ, ਬਹੁਤ ਸਾਰੀਆਂ ਮੌਤਾਂ ਵੀ ਹੋਈਆਂ। ਸ਼ਾਇਦ ਇਹ ਸਿਆਸਤ ਸੀਗੀ ਕਿ ਕਈ ਸਿਆਸੀ ਧਿਰਾਂ ਨੇ ਇਸ ਚੀਜ਼ ਦਾ, ਇਹ ਡੇਰਾ ਵਿਵਾਦ ਦਾ ਲਾਹਾ ਲਿਆ। ਡੇਰਾ ਮੁਖੀ ਨੂੰ ਸਜ਼ਾ ਵੀ ਹੋਈ, ਉਹਨਾਂ ਤੇ ਇਲਜ਼ਾਮ ਵੀ ਬਹੁਤ ਤਰ੍ਹਾਂ ਦੇ ਲੱਗੇ। ਭਾਵੇਂ ਸਾਰੀ ਦੁਨੀਆ ਨੇ ਮੰਨ ਲਿਆ ਹੋਵੇ ਕਿ ਜਿਹੜੇ ਇਲਜ਼ਾਮ ਸੀ ਉਹ ਸਹੀ ਸੀ ਜਾਂ ਗਲਤ ਸੀ, ਇਸ ਤੇ ਚਰਚਾ ਹੁੰਦੀ ਰਹੀ ਹੋਵੇ, ਬਟ ਮੈਂ ਇੱਕ ਗੱਲ ਦੇਖੀ ਕਿ ਡੇਰਾ ਪ੍ਰੇਮੀਆਂ ਦੇ ਵਿੱਚ ਜਦੋਂ ਵੀ ਚਰਚਾ ਹੁੰਦੀ ਹੈ ਜਾਂ ਡੇਰਾ ਸਿਰਸਾ ਜਾਂ ਇਹਨਾਂ ਦੀਆਂ ਜਿਹੜੀਆਂ ਵੀ ਸ਼ਾਖਾਵਾਂ ਹੈਗੀਆਂ, ਜਿੱਥੇ ਵੀ ਚਰਚਾ ਹੁੰਦੀ ਆ ਉੱਥੇ ਇਹੀ ਚਰਚਾ ਹੁੰਦੀ ਆ ਕਿ ਜਿਹੜੇ ਸਾਡੇ ਡੇਰਾ ਮੁਖੀ ਨੇ ਉਹ ਪਰਮ ਪਰਮਾਤਮਾ ਨੇ, ਉਹ ਸਾਡੇ ਗੁਰੂ ਨੇ, ਉਹਨਾਂ 'ਚ ਕੋਈ 1% ਵੀ ਦੋਸ਼ ਨਹੀਂ ਹੈ। ਪਰ ਇਹ ਜਿਹੜੇ ਦੋਸ਼ ਲਾਏ ਜਾ ਰਹੇ ਨੇ, ਇਹ ਸਿਆਸਤ ਜਿਹੜੀ ਕੀਤੀ ਜਾ ਰਹੀ ਹੈ ਉਹ ਸਿਰਫ ਵੋਟ ਬੈਂਕ ਨੂੰ ਮਜ਼ਬੂਤ ਕਰਨ ਵਾਸਤੇ ਕੀਤੀ ਜਾ ਰਹੀ ਹੈ ਜਾਂ ਵਿਰੋਧਤਾ ਹੋ ਰਹੀ ਹੈ, ਸਿਆਸੀ ਧਿਰਾਂ ਵਿਰੋਧਤਾ ਕਰ ਰਹੀਆਂ ਨੇ। ਉਹਦੇ ਸੰਬੰਧ 'ਚ ਅਸੀਂ ਕੁਝ ਲੋਕਾਂ ਨਾਲ ਗੱਲ ਕਰਨ ਲੱਗੇ। ਇੱਥੇ ਡੇਰਾ ਪ੍ਰੇਮੀ ਨੇ, ਡੇਰਾ ਬਠਿੰਡਾ ਜੋ ਹੈ। ਤੇ ਸਰ ਕੀ ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਗੁਰਦੇਵ ਸਿੰਘ ਹੈ ਜੀ। ਗੁਰਦੇਵ ਸਿੰਘ ਜੀ, ਮੈਂ ਕਈ ਡੇਰਿਆਂ 'ਚ ਗਿਆ ਤੇ ਮੈਂ ਦੇਖਿਆ ਕਿ ਜਦੋਂ ਵੀ ਕੋਈ ਇਹੋ ਜਿਹੀ ਘਟਨਾ ਹੁੰਦੀ ਹੈ ਨਾ, ਕਿਸੇ ਵੀ ਬੰਦੇ ਦੇ ਖਿਲਾਫ ਜੇ ਕੋਈ ਇਹੋ ਜਿਹੀ ਕਾਰਵਾਈ ਹੁੰਦੀ ਹੈ, ਜੇ ਸਜ਼ਾ ਹੋ ਜਾਂਦੀ ਹੈ ਜਾਂ ਦੋਸ਼ ਲੱਗਦੇ ਆ, ਤਾਂ ਜਿਹੜੇ ਉਹਦੇ ਨਾਲ ਦੇ ਬੰਦੇ ਹੁੰਦੇ ਨੇ, ਭਾਵੇਂ ਉਹ ਛੋਟੇ ਵਰਕਰ ਹੈ, ਭਾਵੇਂ ਵੱਡੇ ਅਹੁਦੇਦਾਰ ਨੇ ਜਾਂ ਜੋ ਵੀ ਆ, ਉਹ ਡੋਲ ਜਾਂਦੇ ਨੇ, ਕਿਤੇ ਨਾ ਕਿਤੇ ਉਹ ਪਿਛਾਂਹ ਹਟ ਜਾਂਦੇ ਨੇ। ਪਰ ਮੈਂ ਤੁਹਾਡੇ ਮਾਮਲੇ 'ਚ ਦੇਖਿਆ, ਡੇਰਾ ਸਿਰਸਾ ਦੇ ਮਾਮਲੇ 'ਚ ਇੱਕ ਵੀ ਬੰਦਾ ਮੈਨੂੰ ਇਹੋ ਜਿਹਾ ਨਹੀਂ ਮਿਲਿਆ ਜਿਹੜਾ ਕਿ ਇਸ ਗੱਲ ਨਾਲ ਸਹਿਮਤ ਹੋ ਗਿਆ ਹੋਵੇ, ਕਦੇ ਉਹ ਡੋਲ ਲਿਆ ਹੋਵੇ। ਇਹਦਾ ਕੀ ਕਾਰਨ ਹੈ? ਇਹ ਹੈ ਜੀ ਉਹ ਕਿਉਂਕਿ ਅਸੀਂ ਉਸ ਨੂੰ ਭਗਵਾਨ, ਅੱਲਾ, ਵਾਹਿਗੁਰੂ, ਗੋਡ, ਖੁਦਾ, ਰੱਬ ਮੰਨਦੇ ਹਾਂ। ਔਰ ਭਗਵਾਨ ਹੈ ਜਿਹੜਾ, ਇਨਸਾਨ ਤੋਂ ਗਲਤੀ ਹੋ ਸਕਦੀ, ਭਗਵਾਨ ਤੋਂ ਗਲਤੀ ਨਹੀਂ ਹੋ ਸਕਦੀ। ਠੀਕ ਹੈ ਜੀ। ਪਰ ਉਹ ਇਨਸਾਨੀ ਚੋਲੇ ਦੇ ਵਿੱਚ ਆਏ ਹੈ। ਇਹ ਸਮਾਜ ਇੱਕ ਘੋਰ ਕਲਯੁਗ ਦਾ ਸਮਾਂ ਹੈ। ਜਦੋਂ ਵੀ ਕੋਈ ਪੂਰਨ ਫਕੀਰ ਆਉਂਦਾ ਹੈ ਤਾਂ ਉਹਦੀ ਜਦੋਂ ਸ਼ੋਭਾ ਹੁੰਦੀ ਹੈ ਤਾਂ ਨਾਲ ਦੂਸਰਾ ਪਾਸਾ ਵੀ ਸ਼ੁਰੂ ਹੁੰਦਾ ਹੈ। ਤਾਂ ਉਹ ਉਸੇ ਕਰਕੇ ਉਹ ਸਭ ਕੁਛ ਹੋਇਆ ਜੋ ਬੁਰਾਈ ਨੇ ਮਤਲਬ ਜ਼ੋਰ ਫੜਿਆ, ਜਾਂ ਕੁਛ ਐਸੇ ਆਪਾਂ ਲੋਕਾਂ ਦਾ ਸੋਚਦੇ ਜੋ ਇਸ਼ਾਈ ਨੂੰ ਵੱਧਦੀ ਨੂੰ ਦੇਖ ਨਹੀਂ ਸਕਦੇ। ਤਾਂ ਉਹ ਸਾਧ ਸੰਗਤ ਨੂੰ ਪਤਾ ਹੀ ਹੈ ਵੀ ਸਾਡੇ ਗੁਰੂ ਬੇਦਾਗ ਹੈ, ਸੀ ਹੈ ਔਰ ਹਮੇਸ਼ਾ ਰਹਿਣਗੇ। ਇਸੇ ਕਰਕੇ ਸਾਧ ਸੰਗਤ ਨਹੀਂ ਡੋਲੀ ਜੀ, ਅੱਜ ਵੀ ਜਿਉਂਦੀ ਤਾਂ ਉਵੇਂ ਖੜੀ ਹੈ। ਥੈਂਕ ਯੂ ਸਰ। ਸਰ, ਜਿਵੇਂ ਇਹਨਾਂ ਨੇ ਦੱਸਿਆ ਕਿ ਡੇਰੇ ਦੇ ਵਿੱਚ ਸਮਾਜ ਲੋਕਾਂ ਨੂੰ ਸੇਧ ਦਿੱਤੀ ਜਾਂਦੀ ਹੈ, ਬਿਲਕੁਲ ਠੀਕ ਹੈ। ਜੇ ਮੈਂ ਕਹਿ ਲਵਾਂ ਕਿ ਤੁਸੀਂ ਜਿਹੜੇ ਅਹੁਦੇਦਾਰ ਹੋ, ਠੀਕ ਹੈ, ਤੁਸੀਂ ਪੜ੍ਹੇ ਲਿਖੇ ਹੋ, ਕਈ ਚੀਜ਼ਾਂ ਦੇਖਦੇ ਹੋ, ਕਈ ਚੀਜ਼ਾਂ ਤੁਹਾਨੂੰ ਸਮਝਾਈਆਂ ਵੀ ਗਈਆਂ ਹੋ ਸਕਦੀਆਂ, ਪਰ ਮੈਂ ਇਹ ਵੀ ਦੇਖਿਆ ਕਿ ਜਿਹੜੇ ਛੋਟੇ ਛੋਟੇ ਵਰਕਰ ਹੈ ਉਹਨਾਂ ਦੀ ਵੀ ਜਿਹੜੀ ਸ਼ਰਧਾ ਹੈਗੀ ਆ ਉਹ ਵੀ ਆਪਦੀ ਥਾਂ 'ਤੇ ਹਰੇਕ ਬੰਦਾ ਕਾਇਮ ਹੈ। ਇਹਦੀ ਕੀ ਵਜ੍ਹਾ ਹੈ? ਮਤਲਬ ਐਂ ਲਾ ਲਓ ਕਿ ਬਹੁਤ ਸਾਰੇ ਘੱਟ ਪੜ੍ਹੇ ਲਿਖੇ ਨੇ, ਬਹੁਤ ਅਨਪੜ੍ਹ ਵੀ ਨੇ, ਉਹ ਵੀ ਡੋਲੇ ਨਹੀਂ ਜਮਾਂ ਵੀ। ਸਰ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਡੇਰਾ ਸੱਚਾ ਸੌਦਾ ਜਿਹੜਾ ਹੈ ਆਮ ਲੋਕਾਂ ਦੀ ਸੰਸਥਾ ਹੈ। ਆਮ ਲੋਕ ਜੁੜੇ ਹੋਏ, ਇੱਥੇ ਪਰਸਨਲ ਕਿਸੇ ਦਾ ਕੁਝ ਨਹੀਂ। ਈਵਨ ਤੁਸੀਂ ਦੇਖੋ ਸਾਡੇ ਜਿਹੜੇ ਗੁਰੂ ਆ ਉਹ ਵੀ ਇਹ ਕਹਿੰਦੇ ਆ ਗੱਦੀ ਹੈ, ਹੈ ਨਾ। ਇਹ ਗੱਦੀ ਸ਼ਾਹ ਮਸਤਾਨਾ ਜੀ, ਸ਼ਾਹ ਸਤਨਾਮ ਜੀ ਨੇ ਦਿੱਤੀ ਹੋਈ ਰੂਹਾਨੀਅਤ ਦਾ ਇਹ ਸਾਰਾ ਜਿਹੜਾ ਸਿਸਟਮ ਹੈ, ਪਰ ਪਰਸਨਲ ਕਿਸੇ ਦਾ ਕੁਝ ਨਹੀਂ। ਉਹ ਕਹਿੰਦੇ ਸਾਡੀ ਡਿਊਟੀ ਹੈ ਸਮਾਜ ਸੇਵਾ ਦੀ, ਸਾਡੇ ਗੁਰੂ ਸਮਾਜ ਸੇਵਾ ਕਰ ਰਹੇ ਹੈ। ਤੇ ਇਸੇ ਤਰ੍ਹਾਂ ਲੋਕ ਜਿਹੜੇ ਹੈ ਜੁੜੇ ਹੋਏ, ਇਹ ਸਾਰਾ ਲੋਕਾਂ ਨੇ ਬਣਾਇਆ। ਜਿਵੇਂ ਤੁਸੀਂ ਇਹ ਨਾਮ ਚਰਚਾ ਘਰ ਹੈ, ਇਹ ਤਾਂ ਆਮ ਲੋਕਾਂ ਨੇ ਬਣਾਇਆ। ਅਹੁਦੇਦਾਰ ਆ ਉਹ ਲੋਕਾਂ ਨੇ ਚੁਣੇ ਹੈ, ਚਾਹੇ ਮੈਨੇਜਮੈਂਟ ਆ ਉਹ ਆਮ ਲੋਕਾਂ ਨੇ ਚੁਣੇ ਹੈ। ਇਹ ਹੈ ਹੀ ਸਾਰਾ ਲੋਕਾਂ ਦਾ, ਪਬਲਿਕ ਦਾ ਹੈ। ਤੇ ਸਮਾਜ ਸੇਵਾ ਵਾਸਤੇ, ਲੋਕਾਂ ਨੂੰ ਚੰਗੇ ਪਾਸੇ ਲਾਉਣ ਵਾਸਤੇ ਬਣਿਆ ਹੈ। ਤੇ ਸਾਰੇ ਲੋਕ ਜਿਹੜੇ ਵਿੱਚ ਰਹਿੰਦੇ ਹੈ, ਜਿਹਨਾਂ ਨੇ ਆਪਦੇ ਹੱਥੀਂ ਸਾਰਾ ਕੁਝ ਬਣਾਇਆ ਹੈ, ਉਹਨਾਂ ਨੇ ਜਦੋਂ ਕੁਝ ਗਲਤ ਦੇਖਿਆ ਹੀ ਨਹੀਂ ਤਾਂ ਉਹ ਡਿਫੇਮ ਕਿਵੇਂ ਕਰਨਗੇ ਆਪਦੀ ਸੰਸਥਾ ਨੂੰ?
ਸੋ ਇਹ ਗੱਲਾਂ ਹੈ, ਅਫਵਾਹਾਂ ਹੈ, ਸਿਆਸਤ ਹੈ ਤੇ ਕੁਝ ਐਂਟੀ ਸੋਸ਼ਲ, ਜਿਵੇਂ ਬਾਈ ਜੀ ਨੇ ਦੱਸਿਆ ਵੀ ਐਂਟੀ ਸੋਸ਼ਲ ਐਲੀਮੈਂਟਸ ਹੈ ਜਿਹੜੇ ਇਲਜ਼ਾਮ ਲਾ ਰਹੇ ਹੈ। ਸਾਜ਼ਿਸ਼ਾਂ ਜਿਵੇਂ ਬੇਅਦਬੀ ਵਾਲੇ ਲਾ ਲਓ, ਬੇਅਦਬੀ ਵਾਲਾ ਜਿਹਨੇ ਕੀਤੀ ਉਹਨਾਂ ਨੂੰ ਤਾਂ ਫੜਦਾ ਹੀ ਕੋਈ ਨਹੀਂ। ਡੇਰਾ ਪ੍ਰੇਮੀ ਜਾਂ ਜਿਹੜਾ ਕੋਈ ਰੱਬ ਨੂੰ ਧਰਮ ਨੂੰ ਮੰਨਣ ਵਾਲਾ ਹੈ, ਉਹ ਤਾਂ ਗੁਰੂ ਗ੍ਰੰਥ ਸਾਹਿਬ ਦਾ ਕਿੰਨਾ ਸਤਿਕਾਰ ਕਰਦਾ, ਕਿਸੇ ਦੀ ਹਿੰਮਤ ਹੀ ਨਹੀਂ ਪੈਂਦੀ ਵੀ ਉਂਗਲ ਲਾ ਦੇ, ਹੈ ਨਾ। ਬੇਅਦਬੀਆਂ ਕਰਨਾ ਤਾਂ ਦੂਰ ਹੈ। ਸੋ ਇਹ ਲੋਕ ਇਹ ਸਮਝਦੇ ਆ ਵੀ ਇਹ ਸਿਆਸਤ ਹੋਈ ਹੈ, ਝੂਠੇ ਇਲਜ਼ਾਮ ਲੱਗੇ ਆ, ਸਾਨੂੰ ਰੋਕਿਆ ਜਾ ਰਿਹਾ ਚੰਗੇ ਕੰਮਾਂ ਤੋਂ, ਤੇ ਪਰ ਉਹ ਸ਼ਾਂਤ ਬੈਠੇ ਆਪਦੀ ਸੇਵਾ ਉਸੇ ਤਰ੍ਹਾਂ ਹੀ ਕਰੀ ਜਾਂਦੇ। ਇਹ ਸਨ ਵਕੀਲ ਕੇਵਲ ਸਿੰਘ ਬਰਾੜ। ਬਾਈ ਜੀ ਤੁਹਾਡਾ ਕੀ ਨਾਮ ਹੈ? ਨਰਿੰਦਰ ਗੋਇਲ ਜੀ। ਨਰਿੰਦਰ ਜੀ, ਤੁਸੀਂ ਕਿੰਨੇ ਟਾਈਮ ਤੋਂ ਡੇਰੇ ਨਾਲ ਜੁੜੇ ਹੋਏ ਹੋ? ਮੈਂ ਲਗਭਗ 92 ਤੋਂ ਜੁੜਿਆ ਹੋਇਆ ਅਤੇ 2007 ਦੇ ਵਿੱਚ ਮੈਂ ਇੱਥੋਂ ਦਾ ਜ਼ਿੰਮੇਵਾਰ ਬਣਿਆ। ਤੁਹਾਡੇ ਯਾਦ ਹੋਣਾ ਹੈ, ਇੱਕ ਡੇਂਗੂ ਦਾ ਪ੍ਰਕੋਪ ਬਠਿੰਡੇ 'ਤੇ ਵਾਪਰਿਆ ਅੱਜ ਤੋਂ ਕਰੀਬ 6-7 ਸਾਲ ਪਹਿਲਾਂ। ਉਸ ਟਾਈਮ ਮੈਂ ਪ੍ਰਬੰਧਕ ਲਾਈਨ 'ਚ ਨਹੀਂ ਸੀ, ਮੈਂ ਉਦੋਂ ਸ਼ਾਸਤ ਨਾਮ ਜੀ ਗ੍ਰੀਨੈਸ ਵੈਲਫੇਅਰ ਫੋਰਸ ਵਿੰਗ, ਜੋ ਡੇਰਾ ਸੱਚਾ ਸੌਦਾ ਦੀ ਇੱਕ ਇਕਾਈ ਹੈ ਜਿਹੜੀ ਕਿ ਲੋੜਵੰਦ ਲੋਕਾਂ ਦੀ ਮਦਦ ਕਰਦੀ, ਅਤੇ ਉਸ ਟਾਈਮ ਮੈਂ ਉਸ ਦੇ ਥਰੂ ਬਲੱਡ ਬੈਂਕ ਦੇ ਵਿੱਚ ਬਲੱਡ ਦੀ ਸੇਵਾ ਕਰਦਾ ਸੀ। ਜੇ ਤੁਹਾਡੇ ਯਾਦ ਹੋਵੇ ਤਾਂ ਉਹ ਇੱਕ ਇੰਨਾ ਭੈੜਾ ਸਦਮਾ ਸੀ ਬਠਿੰਡੇ ਦੇ ਲੋਕਾਂ ਵਾਸਤੇ ਵੀ ਹਰ ਘਰ ਦੇ ਵਿੱਚ ਪੇਸ਼ੈਂਟ ਸੀ। ਦੀਵਾਲੀ ਵਾਲੇ ਦਿਨ ਮੇਰੇ ਯਾਦ ਹੈ, ਲੋਕਾਂ ਨੇ ਦੀਵਾਲੀ ਘਰੇ ਮਨਾਈ ਸੀ ਅਤੇ ਅਸੀਂ ਬਲੱਡ ਬੈਂਕ 'ਚ ਮਨਾਈ ਸੀ। ਇਹ ਸਾਨੂੰ ਸਿੱਖਿਆ ਜਿਹੜੀ ਦਿੱਤੀ ਡਾਕਟਰ ਸੰਤ ਗੁਰਮੀਤ ਰਾਮ ਰਹੀਮ ਸਿੰਘ ਜੀ ਨੇ ਦਿੱਤੀ। ਜੇ ਅੱਜ ਵੀ ਅਸੀਂ ਮਾੜੇ ਹੈ ਜਾਂ ਸਾਨੂੰ ਲੋਕ ਮਾੜਾ ਕਹਿੰਦੇ ਹੈ, ਤਾਂ ਇਹਦੇ ਵਿੱਚ ਅਸੀਂ ਕਿਸੇ ਨੂੰ ਕੁਛ ਦੋਸ਼ ਨਹੀਂ ਦੇ ਸਕਦੇ, ਪਰ ਜਿਹੜੇ ਸਹੀ ਲੋਕ ਹੈ ਉਹ ਡੇਰੇ ਦਾ ਪ੍ਰੇਜ਼ ਕਰਦੇ ਆ ਵੀ ਵਾਕਈ ਹੀ ਡੇਰੇ ਵਾਲਿਆਂ ਨੇ ਬਹੁਤ ਸੇਵਾ ਕੀਤੀ ਹੈ। ਜਦੋਂ ਵੀ ਕਿਤੇ ਬਠਿੰਡੇ ਦੇ ਵਿੱਚ ਜਾਂ ਬਠਿੰਡਾ ਕਿਉਂ ਆਲ ਓਵਰ ਇੰਡੀਆ ਦੇ ਵਿੱਚ ਕਿਤੇ ਵੀ ਕਿਸੇ ਨੂੰ ਹੈਲਪ ਦੀ ਜ਼ਰੂਰਤ ਹੁੰਦੀ ਹੈ ਤਾਂ ਡੇਰਾ ਸੱਚਾ ਸੌਦਾ ਚਟਾਨ ਵਾਂਗੂ ਅੱਗੇ ਖੜਾ ਹੁੰਦਾ ਹੈ। ਤੁਸੀਂ ਦੇਖਦੇ ਹੋ, ਤੁਸੀਂ ਮੀਡੀਆ ਪਰਸਨ ਜ਼ਿਆਦਾ ਇਸ ਚੀਜ਼ ਨੂੰ ਕਵਰਿੰਗ ਵੀ ਕਰਦੇ ਹੋ, ਤਾਂ ਤੁਸੀਂ ਸ਼ਾਇਦ ਕਿਤੇ ਵੀ ਇਹ ਨਾ ਦੇਖਿਆ ਹੋਵੇ ਵੀ ਕਿਤੇ ਕੋਈ ਦੁਰਘਟਨਾ ਹੋਈ ਹੋਵੇ ਤੇ ਉੱਥੇ ਡੇਰਾ ਸੱਚਾ ਸੌਦਾ ਦੀ ਟੀਮ ਨਾ ਪਹੁੰਚੀ ਹੋਵੇ। ਭੈਣ ਜੀ ਕੀ ਨਾਮ ਹੈ ਤੁਹਾਡਾ? ਮੈਂ ਰਮਾ ਇੰਸਾ ਅਗਰਵਾਲ ਫੈਮਿਲੀ ਨੂੰ ਬਿਲੋਂਗ ਕਰਦੀ ਹਾਂ। ਰਮਨ ਜੀ, ਮੇਰੇ ਖਿਆਲ ਕਾਫੀ ਲੰਮੇ ਟਾਈਮ ਤੋਂ ਤੁਸੀਂ ਡੇਰੇ 'ਚ ਆ ਰਹੇ ਹੋਵੋਗੇ। ਮੈਨੂੰ 45 ਸਾਲ ਤੋਂ ਜੀ ਮੇਰਾ ਨਾਮ ਲਿੱਤਾ ਹੋਇਆ ਹੈ। ਮੈਂ ਬਹੁਤ ਛੋਟੀ ਸੀ ਜਦੋਂ ਨਾਮ ਲਿੱਤਾ ਸੀ ਡੇਰਾ ਸੱਚਾ ਸੌਦਾ ਤੋਂ। ਤੁਹਾਡੇ ਸਾਹਮਣੇ ਆਇਆ ਹੋਏਗਾ ਕਿ ਜਿਹੜੇ ਡੇਰਾ ਮੁਖੀ ਨੇ ਸੰਤ ਗੁਰਮੀਤ ਰਾਮ ਰਹੀਮ ਸਿੰਘ ਜੀ, ਉਹਨਾਂ 'ਤੇ ਕਈ ਤਰ੍ਹਾਂ ਦੇ ਦੋਸ਼ ਲੱਗੇ ਨੇ, ਕਾਨੂੰਨ ਨੇ ਸਜ਼ਾ ਵੀ ਦਿੱਤੀ, ਜੇਲ੍ਹ ਵੀ ਉਹਨਾਂ ਨੂੰ ਜਾਣਾ ਪਿਆ। ਇਹਦੇ ਬਾਵਜੂਦ ਬਹੁਤ ਸਾਰੇ ਲੋਕ ਉਹਨਾਂ ਤੋਂ ਅਲੱਗ ਕਿਉਂ ਨਹੀਂ ਹੋਏ, ਡੇਰੇ ਤੋਂ ਟੁੱਟੇ ਕਿਉਂ ਨਹੀਂ? ਅਸਲ ਜੀ ਅੱਜ ਕੱਲ੍ਹ ਦਾ ਹਰ ਇਨਸਾਨ ਪੜ੍ਹਿਆ ਲਿਖਿਆ ਹੈ, ਸਮਝਦਾਰ ਹੈ, ਬੁੱਧੀਮਾਨ ਹੈ। ਹਰ ਇੱਕ ਇਨਸਾਨ 'ਚ ਬੁੱਧੀ ਵਿਵੇਕ ਹੈ, ਸਭ ਪਰਖਦਾ ਹੈ। ਜੇ ਕਿਸੇ ਨੂੰ ਗੁਰੂ ਬਣਾਉਂਦੇ ਹਾਂ, ਟੀਚਰ ਬਣਾਉਂਦੇ ਹਾਂ, ਇੰਨੀ ਤਾਂ ਸਮਝ ਹੁੰਦੀ ਹੈ ਨਾ। ਇੰਨਾ ਅੰਨਾ ਕੋਈ ਨਹੀਂ ਹੈ ਸਮਾਜ ਦੇ ਵਿੱਚ ਵੀ ਅੰਧ ਵਿਸ਼ਵਾਸ 'ਚ ਪੈ ਜਾਊਗਾ। ਮੈਨੂੰ ਨਹੀਂ ਲੱਗਦਾ ਵੀ ਜੋ ਪੜ੍ਹੇ ਲਿਖੇ ਲੋਕ ਹੈ ਡੇਰੇ ਸੱਚੇ ਸੌਦੇ ਨਾਲ ਜਿੰਨੇ ਜੁੜੇ ਪੜ੍ਹੇ ਲਿਖੇ ਲੋਕ ਹੈ ਸਭ। ਹਰ ਮਾਂ-ਬਾਪ ਅਗਰ ਆਪਦਾ ਬੇਟਾ ਬੇਟੀ ਉੱਥੇ ਪੜ੍ਹਾਉਂਦਾ, ਉੱਥੇ ਲਾਉਂਦਾ, ਮਤਲਬ ਕੋਈ ਮਾਂ-ਬਾਪ ਨਹੀਂ ਚਾਹੁੰਦਾ ਵੀ ਮੇਰਾ ਬੱਚਾ ਕਿਸੇ ਗਲਤ ਸੁਸਾਇਟੀ 'ਚ ਪੈ ਜਾਵੇ ਜਾਂ ਗਲਤ ਜਗ੍ਹਾ 'ਤੇ ਜਾਵੇ। ਅਸੀਂ ਜੇ ਬਚਪਨ ਤੋਂ ਜਾ ਰਹੇ ਹਾਂ ਤਾਂ ਅਸੀਂ ਅੱਛੇ ਖਾਨਦਾਨ ਨੂੰ ਬਿਲੋਂਗ ਕਰਦੇ ਹਾਂ। ਸੇਠ ਸੋਹਣ ਲਾਲ ਜੀ ਬਠਿੰਡਾ 'ਚ ਮਸ਼ਹੂਰ ਹੋਏ ਹੈ, ਬਠਿੰਡਾ ਦੀ ਨੌ ਜੜ ਹੈ ਸੇਠ ਸੋਹਣ ਲਾਲ, ਉਹਨਾਂ ਦੀ ਫੈਮਿਲੀ 'ਚੋਂ ਬਿਲੋਂਗ ਕਰਦੀ ਹਾਂ। ਵੀ ਬਠਿੰਡੇ ਦੀ ਚਾਦਰ ਕਹਾਉਂਦੇ ਆ ਉਹ, ਅਤੇ ਉਹਨਾਂ ਨੇ ਉਹ ਐਡੇ ਬੇਵਕੂਫ ਸੀ ਵੀ ਸਾਨੂੰ ਲੜਕੀਆਂ ਨੂੰ ਉੱਥੇ ਡੇਰੇ ਜਾਣ ਦਿੰਦੇ ਜਾਂ ਕਿਵੇਂ। ਜੇ ਇਲਜ਼ਾਮ ਲੱਗੇ ਨੇ ਸਾਰੇ ਨਿਰਾ ਝੂਠ ਹੈ, ਬਿਲਕੁਲ 100% ਝੂਠ ਹੈ। ਅਸੀਂ ਉਦੋਂ ਵੀ ਇਹਨਾਂ ਦੇ ਨਾਲ ਸੀ, ਅੱਜ ਵੀ ਨਾਲ ਖੜੇ ਹਾਂ, ਸੱਚੇ ਸੌਦੇ ਦੇ ਬਿਲਕੁਲ ਨਾਲ ਖੜੇ ਹਾਂ ਅਤੇ ਖੜੇ ਹੀ ਰਹਾਂਗੇ। ਸਿਰ ਧੜ ਦੀ ਸਾਡੀ ਲੱਗੀ ਵੀ ਹੈ, ਅਸੀਂ ਨਾ ਡੋਲੇ ਹਾਂ ਨਾ ਸਾਡੀ ਫੈਮਿਲੀ। ਮੇਰੇ ਬੱਚੇ ਉੱਥੇ ਪੜ੍ਹੇ ਹੈ ਜੀ, ਅਤੇ ਬਹੁਤ ਅੱਛੇ ਫੈਮਲੀਆਂ 'ਚ ਉਹਨਾਂ ਦੇ ਰਿਸ਼ਤੇ ਹੋਏ ਹੈ। ਮੈਨੂੰ ਇਹ ਬੈਂਕ ਮੈਨੇਜਰ ਲੱਗੀ ਵੀ ਹੈ, ਬੇਟੇ ਇੰਜੀਨੀਅਰ ਹੈ, ਸਰਕਾਰੀ ਕੰਟਰੈਕਟਰ ਨੇ, ਅਤੇ ਵੀ ਉਹ ਇੰਨੇ ਅਨਪੜ੍ਹ ਨਹੀਂ ਵੀ ਅਸੀਂ ਅੰਨੇ ਵਾਈ ਉਹਨਾਂ ਦੇ ਮਗਰ ਭੱਜੇ ਫਿਰਦੇ ਹਾਂ। ਅਸੀਂ ਇਹ ਦੇਖ ਰਹੇ ਹਾਂ ਅਸੀਂ ਆਪਦੇ ਪਰਿਵਾਰ 'ਚ ਬਹੁਤ ਸੁਖੀ ਹਾਂ। ਸਾਨੂੰ ਸਾਡੇ ਸਤਿਗੁਰ ਨੇ ਸੋਚ ਨਹੀਂ ਸਕਦੇ ਜਿੱਥੋਂ ਤੱਕ ਪਹੁੰਚਾਤਾ, ਉਹਨਾਂ ਦੀ ਸਿੱਖਿਆ 'ਤੇ ਚੱਲ ਕੇ ਮਾਨਵਤਾ ਭਲਾਈ ਦੇ ਕੰਮ ਕਰਦੇ ਹੋਏ ਹਾਂ। ਜਿੱਥੇ ਸਾਡੀਆਂ ਫੈਮਲੀਆਂ ਪਹੁੰਚ ਗਈਆਂ ਅਸੀਂ ਸੋਚ ਹੀ ਨਹੀਂ ਸਕਦੇ ਸੀ ਅਸੀਂ ਇੰਨੀ ਤਰੱਕੀਆਂ ਕਰ ਸਕਦੇ ਹਾਂ। ਪਰ ਅਸੀਂ ਦੁਖੀ ਕਿਉਂ ਹਾਂ? ਸਮਾਜ ਤੋਂ ਦੁਖੀ ਹਾਂ। ਕਿਉਂ ਕਾਰਨ ਦੁਖੀ ਹਾਂ? ਸਾਡੇ ਆਸ-ਪਾਸ ਨੌਜਵਾਨ ਬੱਚੇ ਚਿੱਟੇ ਨਾਲ ਜਿਹੜੀ ਇਸ ਮਤਲਬ 3-4 ਸਾਲਾਂ 'ਚ ਮੌਤਾਂ ਹੋਈਆਂ ਨੇ ਵੀ ਕਹਿਣ ਸੁਣਨ ਤੋਂ ਪਰੇ ਹੈ। ਸਾਡੀ ਦੁਕਾਨ 'ਤੇ ਕੱਪੜੇ ਦੀ ਸ਼ੌਪ ਹੈ, ਲੇਡੀਜ਼ ਕੰਮ ਕਰਦੀ ਹੈ। ਉਹਦਾ 23 ਸਾਲ ਦਾ ਮੁੰਡਾ ਪਿਛਲੀ 29 ਤਰੀਕ ਨੂੰ ਮੁੱਕਿਆ ਚਿੱਟੇ ਨਾਲ, 23 ਸਾਲ ਦਾ ਬੇਟਾ।
ਤੇ ਉਹ ਰੋਂਦੀ ਹੈ ਜਦੋਂ ਗੱਲਾਂ ਕਰਦੀ ਹੈ, ਕਹਿੰਦੀ 12 ਮੁੰਡੇ ਸੀ ਦੋਸਤ, 8 ਮੁੱਕ ਚੁੱਕੇ ਹੈ। ਕੋਈ 21 ਸਾਲ ਦਾ ਮੁੱਕ ਗਿਆ, ਕੋਈ 22 ਸਾਲ ਦਾ ਮੁੱਕ ਗਿਆ, ਕੋਈ 23 ਸਾਲ ਦਾ ਮੁੱਕ ਗਿਆ। 4 ਹੈ, ਜਦੋਂ ਇਹ ਮੁੱਕ ਗਏ ਉਹਨਾਂ ਨੇ ਵਿਚਾਰੇ ਨਸ਼ਾ ਛੁਡਾਊ ਕੇਂਦਰਾਂ 'ਚ ਭੇਜਦੇ, ਉੱਥੋਂ ਆਉਂਦੇ ਫਿਰ ਉਹਨਾਂ ਦਾ ਉਹੀ ਹਾਲ ਹੁੰਦਾ ਹੈ। ਪਰ ਵੀ ਕਿੰਨੇ ਹੋਣਗੇ ਸਮਾਜ ਵੀ, ਅਸੀਂ ਇਸ ਚੀਜ਼ਾਂ ਤੋਂ, ਅਸੀਂ ਉਹਨਾਂ ਤੋਂ ਦੁਖੀ ਹਾਂ। ਅਸੀਂ ਆਪਦੇ ਘਰੇ ਸਾਡੇ ਸਤਿਗੁਰ ਤੇ ਬੜਾ ਮਾਣ ਹੈ, ਸਾਡੀਆਂ ਫੈਮਲੀਆਂ ਨੂੰ ਬਚਾਇਆ ਹੈ। ਹੁਣ ਰਾਮ ਰਹੀਮ ਜੀ ਗਏ ਹੈ, ਅਗਰ ਉਹ ਨਾ ਗਏ ਹੁੰਦੇ ਇਹਨਾਂ 5 ਸਾਲਾਂ ਦੇ ਵਿੱਚ, ਅਸੀਂ ਉਹ ਪਰਿਵਾਰ ਵੀ ਨਾਮ ਨਾਲ ਜੋੜੇ ਹੁੰਦੇ, ਸ਼ਾਇਦ ਉਹ ਨਾ ਮੁੱਕਦੇ। ਬਾਈ ਜੀ ਕੀ ਨਾਮ ਹੈ ਤੁਹਾਡਾ? ਜਸਵੀਰ ਇਨਸਾਨ ਜੀ 15 ਮੈਂਬਰ। ਜਸਵੀਰ ਜੀ, ਜਿਵੇਂ ਆਪਾਂ ਦੇਖਦੇ ਹਾਂ ਕਿ ਡੇਰੇ ਬਾਰੇ ਕਈ ਤਰ੍ਹਾਂ ਦੀਆਂ ਵਾਹਾਂ ਜਾਂ ਦੋਸ਼ ਲੱਗਦੇ ਨੇ, ਈਵਨ ਕਿ ਬਾਬਾ ਜੀ ਨੂੰ ਜੇਲ੍ਹ ਵੀ ਜਾਣਾ ਪਿਆ। ਮਤਲਬ ਐਂ ਸ਼ੋਅ ਕੀਤਾ ਜਾ ਰਿਹਾ ਹੈ ਸਮਾਜ ਦੇ ਵਿੱਚ ਜਾਂ ਸੋਸ਼ਲ ਮੀਡੀਆ ਤੇ ਜਾਂ ਹੋਰ ਥਾਵਾਂ ਤੇ ਕਿ ਸਿੱਖ ਧਰਮ ਦਾ ਡੇਰੇ ਨਾਲ ਮਤਲਬ ਬਹੁਤ ਵੱਡਾ ਪੰਗਾ ਲਾ ਲਓ ਜਾਂ ਬੈਰ ਲਾ ਲਓ। ਕੀ ਇਹ ਸੱਚ ਹੈ ਵੀ ਸਿੱਖ ਧਰਮ ਦੇ ਵਿਰੁੱਧ ਹੈ ਡੇਰਾ? ਬਾਈ ਜੀ, ਮੇਰਾ ਪਿੰਡ ਕੋੜਾ ਕੌੜਾ, ਜ਼ਿਲ੍ਹਾ ਬਠਿੰਡਾ ਹੈ। ਤੁਸੀਂ ਕੋੜੇ ਕੌੜੇ ਜਾ ਕੇ ਪਤਾ ਕਰ ਸਕਦੇ ਹੋ ਕਿ ਸਾਡਾ ਸਿੱਖ ਸੰਸਥਾਵਾਂ ਦੇ ਵਿੱਚ ਕੀ ਯੋਗਦਾਨ ਹੈ, ਕੀ ਸਾਡਾ ਜਿਹੜਾ ਉਹਨਾਂ ਪ੍ਰਤੀ ਰਵੱਈਆ ਹੈ। ਇਹ ਇੱਕ ਨਿਰਾਧਾਰ ਦੋਸ਼ ਨੇ ਜਿਹੜਾ ਇਹ ਬਣਾਇਆ ਜਾ ਰਿਹਾ ਹੈ, ਕਿਉਂਕਿ ਜਦੋਂ ਕੋਈ ਵੱਡਾ ਪ੍ਰੋਗਰਾਮ ਹੁੰਦਾ ਹੈ ਉਦੋਂ ਫਿਰ ਡੇਰਾ ਸਿੱਖ ਵਿਵਾਦ ਨੂੰ ਖੜਾ ਕੀਤਾ ਜਾਂਦਾ ਹੈ। ਤੇ ਜਿਹੜਾ ਅਸੀਂ ਇਹ ਮੰਨਦੇ ਹਾਂ ਵੀ ਜਿੱਥੇ ਕਿਤੇ ਦੋਸ਼ ਲੱਗਦੇ ਆ ਤਾਂ ਉਹ ਵੀ ਨਿਰਾਧਾਰ ਹੁੰਦੇ ਆ, ਕਿਉਂਕਿ ਜਿਹੜੀਆਂ ਚੀਜ਼ਾਂ ਤੋਂ ਸਾਨੂੰ ਗੁਰੂ ਜੀ ਨੇ ਬਚਾਇਆ ਹੈ ਉਹੀ ਦੋਸ਼ ਸਾਡੇ ਤੇ ਮੜੇ ਜਾਂਦੇ ਆ। ਇਸ ਗੱਲ ਦਾ ਸਾਨੂੰ ਕਾਫੀ ਜ਼ਿਆਦਾ ਦੁੱਖ ਹੁੰਦਾ ਜੀ। ਤੁਹਾਡਾ ਕੀ ਨਾਮ ਹੈ ਜੀ? ਮੇਰਾ ਚਰਨਜੀਤ ਸਿੰਘ ਹੈ ਜੀ, ਬਲਾਕ ਪੰਗੀਦਾਸ, ਬਲਾਕ ਵਾਲਿਆਂ ਵਾਲੀ। ਚਰਨ ਸਿੰਘ ਜੀ, ਜਿਹੜੇ ਜਿਵੇਂ ਬਾਈ ਜੀ ਨੇ ਵੀ ਦੱਸਿਆ ਜਾਂ ਹੋਰ ਲੋਕਾਂ ਨੇ ਦੱਸਿਆ ਜਾਂ ਭੈਣਾਂ ਵੀ ਦੱਸ ਰਹੀਆਂ ਸੀ ਵੀ ਜਿਹੜੇ ਇਸ ਤਰ੍ਹਾਂ ਦੇ ਵਿਵਾਦ ਖੜੇ ਕੀਤੇ ਜਾ ਰਹੇ ਆ, ਮਤਲਬ ਧਾਰਮਿਕ ਤੌਰ ਤੇ ਲਾ ਲਓ ਜਾਂ ਸਮਾਜਿਕ ਤੌਰ ਤੇ ਲਾ ਲਓ, ਇਹ ਕੌਣ ਲੋਕ ਨੇ ਜੋ ਇਹ ਵਿਵਾਦ ਪੈਦਾ ਕਰ ਰਹੇ ਆ? ਜੋ ਗੁਰੂ ਜੀ ਵੱਲੋਂ ਸਿੱਖਿਆ ਦਿੱਤੀ ਹੈ ਨਾ ਨਸ਼ੇ ਬਾਰੇ, ਵੀ ਨਸ਼ਾ ਰੋਕਣਾ ਹੈ। ਪਿਤਾ ਜੀ ਵੱਲੋਂ ਜਦੋਂ ਦੇ ਪਿਤਾ ਜੀ ਗਏ ਨੇ ਜੇਲ੍ਹ ਦੇ ਵਿੱਚ 5 ਸਾਲ ਹੋ ਗਏ, 5 ਸਾਲਾਂ ਦੇ ਵਿੱਚ ਨਸ਼ਾ ਬਹੁਤ ਜ਼ਿਆਦਾ ਵੱਧ ਚੁੱਕਿਆ ਹੈ। ਉਹ ਜੋ ਨਸ਼ੇ ਬਾਰੇ ਪਿਤਾ ਜੀ ਪਹਿਲਾਂ ਬੋਲਦੇ ਸੀ, ਨਸ਼ੇ ਜਦੋਂ ਸੌਦਾਗਰ ਨੇ ਉਹ ਇਹ ਚੀਜ਼ਾਂ ਨੂੰ ਰੋਕ ਰਹੇ ਨੇ, ਕਿਉਂ ਨਸ਼ਾ ਬੰਦ ਹੋ ਰਿਹਾ ਹੈ। ਹੁਣ ਗੁਰੂ ਜੀ 5 ਸਾਲ ਹੋ ਗਏ, 5 ਸਾਲਾਂ ਦੇ ਵਿੱਚ ਘੱਟੋ ਘੱਟ ਨਾਮ ਵਾਲੇ 60 ਲੱਖ ਬੰਦੇ ਨੂੰ ਨਾਮ ਸ਼ਬਦ ਦੇਣਾ ਸੀ ਗੁਰੂ ਜੀ ਨੇ। ਅਸੀਂ ਐਸਟੀਮੇਟ ਲਾਇਆ ਵੀ ਜੇ 1 ਮਹੀਨੇ ਦੇ ਵਿੱਚ ਲੱਖ ਬੰਦਾ ਨਾਮ ਸ਼ਬਦ ਲੈਂਦਾ, 60 ਮਹੀਨੇ ਹੋ ਗਏ 60 ਲੱਖ ਬੰਦੇ ਨੂੰ ਨਾਮ ਸ਼ਬਦ ਦੇਣਾ ਸੀ। 60 ਲੱਖ ਬੰਦੀ ਜ਼ਿੰਦਗੀ ਸੁਧਾਰ ਹੋਣੀ ਸੀ। ਜਿਹੜੇ ਚਿੱਟੇ ਦੇ ਨਾਲ ਅੱਜ ਕੱਲ੍ਹ ਨਿੱਕੇ ਨਿੱਕੇ ਬੱਚੇ 10-10 ਸਾਲ ਦੇ ਬੱਚੇ, ਭੈਣਾਂ ਵੀ ਵਿੱਚ ਗ੍ਰਸਤ ਹੋ ਰਹੀਆਂ ਇਹਦੇ ਵਿੱਚ ਨਸ਼ੇ ਦੇ ਨਾਲ। ਉਹਦੇ ਕਰਕੇ ਉਹ ਲੋਕ ਜਿਹੜੇ ਹੈਗੇ ਨੇ ਸੌਦਾਗਰ ਨਸ਼ੇ ਦੇ, ਉਹ ਲੋਕ ਇਹ ਚੀਜ਼ ਨੂੰ ਰੋਕ ਰਹੇ ਨੇ। ਬਾਈ ਜੀ, ਜਿਵੇਂ ਆਪਾਂ ਜਾਣਦੇ ਹਾਂ, ਅਸੀਂ ਵੀ ਜਾਣਦੇ ਹਾਂ, ਦੇਖਿਆ ਵੀ ਹੈ, ਤੁਸੀਂ ਵੀ ਕਹਿ ਰਹੇ ਹੋ ਵੀ ਡੇਰੇ ਵੱਲੋਂ ਸਮਾਜ ਸੇਵਾ ਦੇ ਕੰਮ ਕੀਤੇ ਜਾ ਰਹੇ ਨੇ। ਸਪੋਜ਼ ਟੂ ਇੱਕ ਬੰਦਾ ਕਦੇ ਕੋਈ ਛੋਟਾ ਜਿਹਾ ਕੰਮ ਕਰਦਾ ਸਮਾਜ ਸੇਵਾ ਦਾ, ਉਹ ਵੀ ਵੱਡੀ ਗੱਲ ਹੁੰਦੀ ਹੈ ਕਿ ਕੋਈ ਵੀ ਬੰਦਾ ਜੇ ਸਮਾਜ ਸੇਵਾ ਦਾ ਕੰਮ ਕਰਦਾ, ਉਹਨੇ ਛੋਟਾ ਜਿਹਾ ਕੰਮ ਕੀਤਾ ਹੁੰਦਾ, ਉਹਦੀ ਮਤਲਬ ਤਾਰੀਫ ਦੇ ਪੁੱਲ ਬੰਨੇ ਜਾਂਦੇ ਆ, ਹਰ ਕੋਈ ਦੱਸ ਰਿਹਾ ਹੁੰਦਾ, ਕੋਈ ਸਨਮਾਨਿਤ ਵੀ ਕੀਤਾ ਜਾ ਰਿਹਾ ਹੁੰਦਾ ਉਹਨੂੰ। ਪਰ ਜੇ ਡੇਰੇ ਵੱਲੋਂ ਇੰਨੇ ਜ਼ਿਆਦਾ ਕੰਮ ਕੀਤੇ ਗਏ ਆ, ਫਿਰ ਡੇਰੇ ਦੇ ਕੰਮਾਂ ਨੂੰ ਮਤਲਬ ਸਾਹਮਣੇ ਵੱਡੇ ਪੱਧਰ ਤੇ ਕਿਉਂ ਨਹੀਂ ਸਾਹਮਣੇ ਆਇਆ? ਦੁਨੀਆ ਨੇ ਇਹਦੀ ਪ੍ਰੇਜ਼ ਕਿਉਂ ਨਹੀਂ ਕੀਤੀ? ਫਿਰ ਇਹ ਉਹੀ ਆ ਗਏ ਨਾ ਲੋਕ, ਜੋ ਲੋਕ ਨਸ਼ੇ ਦੇ ਜਾਂ ਸਿਆਸੀ ਲੋਕ ਨੇ, ਉਹ ਡੇਰੇ ਨੂੰ ਅੱਗੇ ਜਾਣਾ ਚਾਹੁੰਦੇ ਨਹੀਂ। ਜੋ ਡੇਰੇ ਦੇ ਲੋਕ ਨੇ 140 ਮਾਨਵਤਾ ਭਲਾਈ ਦੇ ਕੰਮ ਕਰਦੇ ਨੇ, ਉਹਦੇ ਵਿੱਚ ਸਾਰੇ ਤਰ੍ਹਾਂ ਦੇ ਕੋਈ ਵੀ ਕੰਮ ਅਸੀਂ ਪਿੰਡਾਂ ਵਿੱਚ ਵੀ ਕਰਦੇ ਆ। ਅਸੀਂ ਲੋਕਾਂ ਦੇ ਘਰ ਬਣਾਉਣੇ ਆ, ਗਰੀਬਾਂ ਦਾ ਇਲਾਜ ਕਰਵਾਉਣੇ ਆ। ਜੋ ਭੈਣਾਂ ਨੇਗੀਆਂ ਆਪਣੇ ਪ੍ਰੈਗਨੈਂਟ ਭੈਣਾਂ ਨੇ, ਉਹਨਾਂ ਵਾਸਤੇ ਪਿਤਾ ਜੀ ਨੇ ਇੱਕ ਸਪੈਸ਼ਲੀ ਕਿਹਾ ਵੀ ਤੁਸੀਂ ਉਹਨਾਂ ਦਾ ਪਾਲਣ ਪੋਸ਼ਣ ਕਰਨ ਦੀ ਬਹੁਤ ਮਦਦ ਕਰੋ। ਪਰ ਲੋਕ ਇਹਨਾਂ ਚੀਜ਼ਾਂ ਨੂੰ ਸਾਨੂੰ ਤਾਂ ਨਹੀਂ ਚਾਹੁੰਦੇ ਵੀ ਨਸ਼ੇ ਕਰਕੇ, ਸਿਰਫ ਮੇਨ ਮੁੱਦਾ ਨਸ਼ੇ ਤੇ ਆ ਜਾਂਦਾ। ਨਸ਼ੇ ਦੇ ਕਰਕੇ ਲੋਕ ਇਹ ਚੀਜ਼ਾਂ ਤੋਂ ਦੂਰ ਕਰ ਰਹੇ ਨੇ, ਸਾਨੂੰ ਤਾਨਾਫਰਤ ਕਰ ਰਹੇ ਨੇ ਸਾਡੇ ਨਾਲ। ਧੰਨਵਾਦ ਜੀ। ਮਿੱਠੂ ਸਿੰਘ ਆ ਜੀ, ਤੇ ਕਿਹੜੇ ਪਿੰਡ ਤੋਂ? ਭੂੰਦੜ ਤੋਂ ਆ ਜੀ। ਤੇ ਡੇਰੇ 'ਚ ਕਦੋਂ ਤੋਂ ਆ ਰਹੇ ਹੋ? ਡੇਰੇ 'ਚ ਜੀ ਸਾਨੂੰ ਨਿੱਕੇ ਜਿਹੇ ਹੁੰਦੇ ਬੱਚੇ ਹੁੰਦੇ ਸੀਗੇ ਜਦੋਂ ਦੇ ਆ ਰਹੇ ਨੇ ਜੀ। ਹਾਂਜੀ, ਜਿਹੜੇ ਬਾਬਾ ਜੀ ਤੇ ਇੰਨੇ ਤਰ੍ਹਾਂ ਦੇ ਦੋਸ਼ ਲੱਗ ਗਏ, ਤੇ ਜਿਹੜੇ ਆਪਣੇ ਡੇਰਾ ਪ੍ਰੇਮੀ ਸੀ ਹਾਂਜੀ, ਉਹ ਕਦੇ ਨਹੀਂ ਡੋਲੇ, ਉਹ ਉਵੇਂ ਹੀ ਚੱਲ ਰਹੇ ਨੇ। ਉਹ ਕਹਿੰਦੇ ਕਿ ਸਾਡੇ ਬਾਬਾ ਜੀ ਜਿਹੜੇ ਬਿਲਕੁਲ ਬੇਦਾਗ ਨੇ, ਜਿਹੜੇ ਦੋਸ਼ ਲਾਏ ਜਾ ਰਹੇ ਨੇ ਗਲਤ ਨੇ। ਇਹ ਐਵੇਂ ਹੀ ਚੱਲਣਗੇ ਜੀ, ਚੱਲਦੇ ਵੀ ਰਹੇ ਤੇ ਐਵੇਂ ਵੀ ਚੱਲਣਗੇ ਜੀ। ਕਿਉਂ? ਮਤਲਬ ਬਾਬਾ ਜੀ ਨੂੰ ਤਾਂ ਦੇਖੋ, ਜਿਵੇਂ ਸਾਰੇ ਡੇਰਾ ਪ੍ਰੇਮੀ ਬਾਈ ਜੀ ਹੁਣਾਂ ਨੇ ਮਾਤਾ ਨੇ ਦੱਸਿਆ ਕਿ ਉਹ ਤਾਂ ਸਾਡੇ ਤਾਂ ਰੱਬ ਦਾ ਰੂਪ ਨੇ, ਸਾਡੇ ਵਾਸਤੇ ਉਹ ਪ੍ਰਮਾਤਮਾ ਨੇ। ਸਾਡੀ ਉਹਨਾਂ ਨੇ ਜ਼ਿੰਦਗੀ ਸੁਧਾਰਤੀ, ਬਥੇਰੇ ਸਮਾਜ ਦੇ ਜਿਹੜੇ ਮਾੜੇ ਕਾਰਜ ਸੀਗੇ, ਬਥੇਰੇ ਲੋਕਾਂ ਨੂੰ ਸਿੱਧੇ ਰਾਹ ਪਾਤਾ। ਵੀ ਫਿਰ ਵੀ ਇਹ ਦੋਸ਼ ਕਿਉਂ ਲੱਗ ਰਹੇ ਹੋਣਗੇ? ਇਹ ਜੀ ਉਹੀ ਗੱਲ ਆ ਗਈ ਜੀ ਵੀ ਜਿਹੜੇ ਨਸ਼ੇ ਵਾਲੇ ਆ, ਵੱਡੇ ਬੰਦੇ ਆ, ਇਹੀ ਦੋਸ਼ ਲਾਉਂਦੇ ਆ। ਕੀ ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਮਿੱਠੂ ਸਿੰਘ ਹੈ ਜੀ। ਮਿੱਠੂ ਸਿੰਘ ਜੀ, ਜਿਸ ਤਰ੍ਹਾਂ ਦੇ ਬਾਬਾ ਜੀ ਤੇ ਦੋਸ਼ ਲੱਗੇ ਨੇ, ਸਜ਼ਾ ਵੀ ਹੋਈ ਹੈ, ਜਾਂ ਹੋਰ ਬਹੁਤ ਸਾਰੀਆਂ ਧਿਰਾਂ ਖਿਲਾਫ ਨੇ, ਮਾੜੇ ਅਨਸਰ ਵੀ ਖਿਲਾਫ ਨੇ,
ਡੇਰੇ ਵੱਲੋਂ ਇੰਨੇ ਸਮਾਜ ਸੇਵਾ ਦੇ ਕੰਮ ਕੀਤੇ ਜਾ ਰਹੇ ਨੇ, ਫਿਰ ਵੀ ਇਹ ਇਸ ਤਰ੍ਹਾਂ ਕਿਉਂ ਹੋ ਰਿਹਾ ਹੈਗਾ? ਦੇਖੋ ਜੀ 7 ਕਰੋੜ ਸਾਧ ਸੰਗਤ ਹੈ, ਸਾਰੀ ਸਾਧ ਸੰਗਤ ਨੂੰ 7 ਕਰੋੜ ਨੂੰ ਪਤਾ ਹੈ ਸਚਾਈ ਦਾ ਵੀ ਪੂਰਨ ਗੁਰੂ ਕੌਣ ਹੁੰਦਾ ਹੈ, ਪੂਰਨ ਗੁਰੂ ਕੀ ਕਰਦਾ ਦੁਨੀਆ ਤੇ ਆ ਕੇ। ਪੂਰਨ ਗੁਰੂ ਸਾਰੇ ਧਰਮਾਂ ਨੂੰ ਮਨਾਉਂਦਾ ਹੈ ਔਰ ਮੰਨਦੇ ਹੈ, ਔਰ ਸਾਰੇ ਧਰਮਾਂ ਦੇ ਗੁਰਬਾਣੀ ਪੜ੍ਹਦੇ ਹੈ, ਸਾਰੇ ਗ੍ਰੰਥ ਪੜ੍ਹਦੇ ਹੈ ਸਾਰੇ ਧਰਮਾਂ ਦੇ, ਉਹਨਾਂ ਦੇ ਮੁਤਾਬਕ ਉਹ ਪੂਰਾ ਗੁਰੂ ਚਲਾਉਂਦਾ ਹੈ। 7 ਕਰੋੜ ਸਾਧ ਸੰਗਤ ਨੂੰ ਪਤਾ ਹੈ, 7 ਕਰੋੜ ਸਾਧ ਸੰਗਤ ਬੇਫਿਕਰ ਹੈ, ਦੁਨੀਆ ਚਾਹੇ ਕੁਛ ਵੀ ਕਰੇ, ਕਿਉਂ ਉਹਨਾਂ ਕੋਲੇ ਕੋਈ ਉਹ ਪ੍ਰੋਗਰਾਮ ਹੀ ਹੈ ਨਹੀਂ ਗਾ ਰੂਹਾਨੀਅਤ ਦਾ। ਜਿੱਥੇ ਰੂਹਾਨੀਅਤ ਹੈ ਵਿਛੜ ਜਾਂਦੀ ਹੈ, ਉੱਥੇ ਰੂਹਾਨੀਅਤ ਦੇ ਬੰਦੇ, ਰੂਹਾਨੀਅਤ ਦੀ ਸਾਧ ਸੰਗਤ, ਰੂਹਾਨੀਅਤ ਦਾ ਪਾਠ ਜਿਹਨੂੰ ਪੜ੍ਹਾਇਆ ਜਾਂਦਾ ਉਹ ਪਰਪੱਕ ਹੈ, ਉਹਨਾਂ ਨੂੰ ਪਤਾ ਵੀ ਪੂਰਾ ਗੁਰੂ ਕੌਣ ਹੈ, ਔਰ ਸਾਧ ਸੰਗਤ ਨਹੀਂ ਹਲਦੀ, ਉਹ ਆਪਣੇ ਥਾਂ ਤੇ ਮਜ਼ਬੂਤ ਹੈ। ਜਿਵੇਂ ਤੁਸੀਂ ਕਹਿ ਰਹੇ ਹੋ ਕਿ ਗੁਰਬਾਣੀ ਦੀ ਤੁਸੀਂ ਗੱਲ ਕੀਤੀ ਹੈ, ਮੈਂ ਮਾਫ ਕਰਨਾ, ਬਹੁਤ ਸਾਰੇ ਸਿੱਖ ਇਹੋ ਜਿਹੇ ਵੀ ਮਿਲ ਜਾਂਦੇ ਨੇ ਜਿਹੜੇ ਕਿ ਕਹਿੰਦੇ ਡੇਰਾ ਜਿਹੜਾ ਹੈਗਾ, ਡੇਰਾ ਸਿਰਸਾ ਸਿੱਖ ਧਰਮ ਦੇ ਖਿਲਾਫ ਹੈ। ਇਹ ਗੱਲ ਹੈ? ਇੱਥੇ ਦੇਖੋ ਜੀ, ਮੇਰਾ ਖਿਆਲ ਹੈ 70,000 ਸਿੱਖ ਤਾਂ ਪੰਜਾਬ ਦਾ ਹੈ ਜਿਹੜਾ ਗੁਰਬਾਣੀ ਨੂੰ ਮੰਨਦਾ ਹੈ, ਗੁਰਬਾਣੀ ਦੇ ਮੁਤਾਬਕ ਬੇਪਰਵਾਹ ਨੇ ਚਲਾਇਆ, ਉਹਨਾਂ ਨੂੰ ਗੁਰਬਾਣੀ ਦੇ ਮੁਤਾਬਕ ਚੱਲਦਾ ਹੈ। ਕੋਈ ਸਿੱਖ ਉਹ ਇਹੋ ਜਿਹੇ ਹੈ ਜਿਹੜੇ ਬੰਦੇ ਨਾ ਉਹ ਗੁਰੂ ਦੇ ਨਾ ਪੀਰ ਦੇ, ਬਾਕੀ ਸਾਧ ਸੰਗਤ ਜਿਹੜੀ ਸਿੱਖ ਹੈਗੀ ਹੈ ਉਹ ਪੂਰਾ ਵਿਸ਼ਵਾਸ ਕਰਦੀ ਹੈ, ਗੁਰਬਾਣੀ ਤੇ ਵਿਸ਼ਵਾਸ ਕਰਦੀ ਹੈ, ਗੁਰਬਾਣੀ ਨੂੰ ਮੰਨਦੀ ਹੈ, ਉਹਦੇ ਮੁਤਾਬਕ ਬੇਪਰਵਾਹ ਨੇ ਚਲਾਇਆ। ਸੰਤ ਗੁਰਮੀਤ ਰਾਮ ਜੀ ਡਾਕਟਰ ਸਾਰਾ ਕੁਝ ਉਹ ਗੁਰਬਾਣੀ ਵੀ ਪੜ੍ਹਦੇ ਆ ਤੇ ਪੜ੍ਹਾਉਂਦੇ ਵੀ ਉਹਨਾਂ ਦੇ ਮੁਤਾਬਕ ਚਲਾਇਆ ਉਹਨਾਂ ਨੇ। ਬਾਈ ਜੀ ਤੁਹਾਡਾ ਕੀ ਨਾਮ ਹੈ? ਮੇਰਾ ਨਾਮ ਜੀ ਰਣਵੀਰ ਸਿੰਘ ਇੰਸਾ ਜੀ। ਰਣਵੀਰ ਜੀ, ਜਿਵੇਂ ਮੈਂ ਦੇਖਿਆ ਕਿ ਛੋਟੇ ਵੱਡੇ ਜਿਹੜੇ ਕਿ ਮਤਲਬ ਡੇਰਾ ਪ੍ਰੇਮੀ ਨੇ ਹਰੇਕ ਤਰ੍ਹਾਂ ਦੇ, ਇੰਨਾ ਕੁਝ ਹੋਣ ਦੇ ਬਾਵਜੂਦ ਡੇਰਾ ਵਿਵਾਦ, ਡੇਰੇ ਦੇ ਨਾਲ ਵਿਵਾਦ ਸ਼ਬਦ ਜੁੜ ਗਿਆ। ਹਜੇ ਜਦੋਂ ਆਪਾਂ ਗੱਲ ਕਰਦੇ ਹਾਂ ਨਾ, ਕੋਈ ਡੇਰਾ ਸਿਰਸਾ ਕਹਿਣ ਦੀ ਬਜਾਏ ਡੇਰਾ ਵਿਵਾਦ ਸ਼ਬਦ ਪਹਿਲਾਂ ਆਪਣੇ ਧਿਆਨ 'ਚ ਆ ਜਾਂਦਾ, ਕਿਉਂਕਿ ਘਟਨਾਵਾਂ ਇੰਨੀਆਂ ਹੋ ਚੁੱਕੀਆਂ। ਇੰਨਾ ਹੋਣ ਦੇ ਬਾਵਜੂਦ ਮਤਲਬ ਐਡੀ ਵੱਡੀ ਗਿਣਤੀ ਡੇਰਾ ਪ੍ਰੇਮੀਆਂ ਦਾ ਜੁੜੇ ਰਹਿਣਾ, ਬਿਲਕੁਲ ਅਡੋਲ, ਬਿਲਕੁਲ ਹਜੇ ਵੀ ਬਾਬਾ ਜੀ ਨੂੰ ਬਿਲਕੁਲ ਬੇਦਾਗ ਮੰਨਦੇ ਆ। ਇਹੋ ਜਿਹਾ ਕੀ ਹੋਇਆਗਾ? ਦੇਖੋ ਜੀ, ਜਿਵੇਂ ਕਿ ਆਪਾਂ ਦੇਖਦੇ ਹਾਂ, ਅਸੀਂ ਜੁੜੇ ਹਾਂ, ਜਿਵੇਂ ਸਾਨੂੰ ਤਕਰੀਬਨ ਮੇਰੀ 32-33 ਸਾਲ ਦੀ ਉਮਰ ਹੋ ਗਈ, ਮੈਂ ਅੱਜ ਤੱਕ ਡੇਰਾ ਸੱਚਾ ਸੌਦਾ 'ਚ ਕਦੇ ਵੀ ਕੋਈ ਮਾੜੀ ਗਲਤ ਚੀਜ਼, ਮਾੜਾ ਕੰਮ ਹੁੰਦੇ ਹੋਏ ਨਹੀਂ ਦੇਖਿਆ ਅੱਜ ਤੱਕ, ਕਿਉਂਕਿ ਪ੍ਰਤੱਖ ਨੂੰ ਪ੍ਰਮਾਣ ਦੀ ਜ਼ਰੂਰਤ ਨਹੀਂ ਹੁੰਦੀ। ਮੈਂ ਆਪ ਕਦੇ ਵੀ ਗੁਰੂ ਜੀ ਨੂੰ ਜਾਂ ਕਿਸੇ ਵੀ ਉੱਥੇ ਜ਼ਿੰਮੇਵਾਰ ਨੂੰ ਕਿਸੇ ਵੀ ਪ੍ਰਤੀ ਕੋਈ ਮਤਲਬ ਈਰਖਾ ਪ੍ਰਤੀ ਕਿਸੇ ਨੂੰ ਬੋਲਣਾ ਜਾਂ ਕਿਸੇ ਨਾਲ ਕੋਈ ਦੂਈ ਦਵੈਸ਼ ਰੱਖਣਾ ਕਦੇ ਵੀ ਨਹੀਂ ਦੇਖਿਆ। ਤਾਂ ਫਿਰ ਆਪਾਂ ਕਿਵੇਂ ਕਹਿ ਦਈਏ ਜਦੋਂ ਆਪਾਂ ਦੇਖੇ ਹੀ ਨਹੀਂ? ਉਹ ਅਣਦੇਖੀਆਂ ਗੱਲਾਂ ਕਰੀ ਜਾਂਦੇ ਆ ਲੋਕ, ਆਪਾਂ ਦੇਖੇ ਨਹੀਂ ਹਜੇ ਤੱਕ ਵੀ, ਆਪਾਂ ਫਿਰ ਉਹਨੂੰ ਮਾੜਾ ਕਿਵੇਂ ਕਹਿ ਦਈਏ? ਰਹੀ ਗੱਲ ਜਿਵੇਂ ਤੁਸੀਂ ਕਿਹਾ ਗਾ ਵੀ ਵਿਵਾਦ ਨਾਲ ਜੁੜਿਆ ਜਾਂਦਾ, ਤਾਂ ਇੱਕ ਗੁਰੂ ਜੀ ਨੇ, ਤੁਸੀਂ ਵੀ ਦੇਖ ਲਓ ਵੀ ਅੱਜ ਸਮਾਂ ਕਿਹੜਾ ਚੱਲ ਰਿਹਾ ਦੁਨੀਆ ਤੇ, ਸੰਸਾਰ ਤੇ, ਔਰ ਸਾਰੇ ਆਪਣੇ ਖਾਸ ਕਰਕੇ ਪੰਜਾਬ ਤੇ ਜਿਹੜਾ ਚਿੱਟੇ ਦਾ ਦੌਰ ਜਾਂ ਨਸ਼ੇ ਦਾ ਪਹਿਲਾਂ ਤੋਂ ਵੀ ਚੱਲਦਾ ਸੀ, ਨਸ਼ੇ ਦਾ ਦੌਰ, ਤਾਂ ਜੋ ਵੀ ਕੋਈ ਸੱਚਾਈ ਨਾਲ ਇਹਨਾਂ ਦੇ ਖਿਲਾਫ ਖੜਿਆ ਤੇ ਡਰੱਗ ਮਾਫੀਆ ਹੋਇਆ ਜਾਂ ਹੋਰ ਕੋਈ ਮਤਲਬ ਇਹੋ ਜਿਹੀਆਂ ਹੋਰ ਤਾਕਤਾਂ, ਇਹ ਉਹਨਾਂ ਦੇ ਗੁਰੂ ਜੀ ਦੇ ਖਿਲਾਫ ਬੋਲੀਆਂ। ਪਹਿਲਾਂ ਵੀ ਬਹੁਤ ਗੁਰੂ ਜੀ ਨੂੰ ਚਿੱਠੀਆਂ ਵੀ ਆਈਆਂ, ਧਮਕੀਆਂ ਵੀ ਦਿੱਤੀਆਂ ਵੀ ਅਸੀਂ ਤੁਹਾਨੂੰ ਐਂ ਕਰ ਦਿਆਂਗੇ, ਮਰਵਾ ਦਿਆਂਗੇ, ਤੁਹਾਡੇ ਤੇ ਅਟੈਕ ਕਰਵਾ ਦਿਆਂਗੇ ਵੀ ਜੇ ਤੁਸੀਂ ਹੁਣ ਨਸ਼ੇ ਖਿਲਾਫ ਬੋਲੇ ਤਾਂ, ਨਸ਼ੇ ਦੇ ਮਤਲਬ ਜੇ ਤੁਸੀਂ ਨਸ਼ਾ ਛਡਵਾਇਆ ਕਿਸੇ ਦਾ। ਤਾਂ ਗੁਰੂ ਜੀ ਨੇ ਉਹ ਬਰਕਰਾਰ ਰੱਖਿਆ, ਉਸ ਪ੍ਰੋਗਰਾਮ ਨੂੰ, ਉਸ ਕੰਮ ਨੂੰ ਬਰਕਰਾਰ ਰੱਖਿਆ, ਕਿਉਂਕਿ ਸੰਤ ਇਹ ਜਿਵੇਂ ਬਾਈ ਜੀ ਨੇ ਦੱਸਿਆ ਜੀ ਕਿ ਡੇਰਾ ਮੁਖੀ ਮਤਲਬ ਬਿਲਕੁਲ ਬੇਦਾਗ ਨੇ ਜੀ, ਤੇ ਪਰਮਾਤਮਾ ਦਾ ਰੂਪ ਵੀ ਮੰਨਦੇ ਨੇ ਉਹਨਾਂ ਨੂੰ ਸਾਰੇ ਡੇਰਾ ਪ੍ਰੇਮੀ। ਕੀ ਤੁਹਾਨੂੰ ਨਹੀਂ ਲੱਗਦਾ ਵੀ ਜਿਹੜਾ ਆਪਣੇ ਦੇਸ਼ ਦੇ ਕਾਨੂੰਨ ਨੇ ਉਹਨਾਂ ਨੂੰ ਸਜ਼ਾ ਦਿੱਤੀ, ਜਾਂ ਜਿਸ ਤਰ੍ਹਾਂ ਦੇ ਦੋਸ਼ ਲੱਗੇ ਜਾਂ ਅਦਾਲਤਾਂ ਨੇ ਕਿਹਾ ਕਿ ਹਾਂ ਇਹ ਦੋਸ਼ੀ ਨੇ ਜਾਂ ਉਹਨਾਂ ਨੂੰ ਜੇਲ੍ਹ 'ਚ ਵੀ ਜਾਣਾ ਪਿਆ, ਮਤਲਬ ਦੇਸ਼ ਦਾ ਫਿਰ ਕਾਨੂੰਨ ਕਿੱਥੇ ਖੜਦਾ ਜਾ ਕੇ? Well, first of all, we are to say we are staunch follower of the sect from 1983, and I never realized anything went wrong anywhere at any time. So Saint Dr. Gurmeet Ramreem Singh Ji Insa is infallible figure, a saint who does not commit any wrong. Only the people who want to grind their access for their vested interest, and they want to know how to defame the property, and well done being done by the crores of people of Dera Sacha Sauda. They think that if we are not doing anything wrong, then why
the people of this large sect do the well and do favor for the humanity for any personal purpose. So some politician and some anti-social elements do not want to see the society de-addicted and the educated people, the young generation which is indulging in badly addict, they don't want to free them from addiction. Second, they want to capture the power, political power, so that they may become the people fool. So this is why, first of all, we are want to tell you that we crore of people are totally indulged in social evils like drink and other things. But as soon as we joined the fold of Dera Sacha Sauda, our life has been totally changed by our Honorable Prophet Dr. Sant Gurmeet Ram Rahim Singh Ji Insa. Then how can we blame a teacher who taught us and became us IAS, IPS and so many other portfolios? If someone calls anybody, this teacher does not know how to teach, then it is a question of brainless people. So, in brief, we only request the people of the society that you should differentiate the evil and the well done by the this pious sect. So, as soon as you create this difference, you know this difference, the better it will be for the society as well. Thank you.